नाजरीन, मैं अज तनवीर समान खान तुहाडे कोल जिहड़ा प्रोग्राम लैके आया, इहदे नाल मिलदे जुलदे टॉपिक दे उत्ते असीं पहले भी कई वारी गल कीती है। ये बुनियादी तौर ते जिहड़ा पाकिस्तान दे विच एक जिहड़ा रेप केसिस दे विच बड़ा वाधा हो गया है और उत्थों दियां औरतां, बच्चे, बच्चियां सारे इन्हां दी जिहड़ा एक नंबर ऑफ ऑफेंसिस जिन्हों कहंदे ने बड़ी तादाद दे विच जिहड़ा सी ना बड़ा वाधा हो गया। ਇਹਦੇ ਤੇ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਅੱਜ, ਇਹ ਗੱਲਬਾਤ ਜਿਹੜੀ ਹੈ ਬੁਨਿਆਦੀ ਤੌਰ ਦੇ ਉੱਤੇ ਸਾਡੇ ਜਿਹੜੇ ਪਾਕਿਸਤਾਨ ਦੇ ਵਜ਼ੀਰ ਆਜ਼ਮ ਨੇ ਇਮਰਾਨ ਖਾਨ, ਉਹਨਾਂ ਨੂੰ ਇੱਕ ਸਹਾਫੀ ਨੇ ਪਿਛਲੇ ਦਿਨਾਂ 'ਚ ਇੱਕ ਸਵਾਲ ਕੀਤਾ ਸੀ ਕਿ ਜੀ ਪਾਕਿਸਤਾਨ ਦੇ ਵਿੱਚ ਜਿਹੜੇ ਰੇਪ ਕੇਸਿਸ ਨੇ ਬੜੇ ਵੱਧ ਗਏ ਨੇ ਤੇ ਇਹਦਾ ਤੁਸੀਂ ਕੀ ਕਰ ਰਹੇ ਹੋ। ਤੇ ਉਹਨਾਂ ਨੇ ਬੜਾ ਆਪਣੇ ਨੂੰ ਬੜਾ ਇੱਕ ਪੂਰਾ ਇੱਕ ਰਸਤੂਬ ਬਣ ਕੇ ਤੇ ਬਿਆਨ ਉਹਦਾ ਜਵਾਬ ਦੇ ਰਹੇ ਸਨ ਤੇ ਉਹਦੇ ਨਾਲ ਜਿਹੜੀ ਇੱਕ ਬੇਚੈਨੀ फैलाई उन्होंने, वो एक बेचैनी जी है वो मैं समझने अपने तौर के उत्ते बड़ी बजा है। उन्होंने जिस नज़रिए उत्ते गल की थी कि ये जिहड़ियां औरतां जिहड़ियां ने ये अपना लिबास वगैरह घट पाउंदियां ने, जे कपड़े घट पा के आउणगियां ते वो सारा सिलसिला जिहड़ा ना वो लोकां दे विच एक जिहड़ी ना उहदे नाल एक रेप केसिस होण दी जिहड़े इम्कानात बड़े वध जांदे ने। मैं उन्हां दी इस चीज़ ते काफ़ी रद्द-ए-अमल पाया जाता है। बहुत सारे लोगों ने इहदे ते इज़हारे ख्याल कीता है। मैं समझना जिन्ना भी ज़्यादा किया जाए वो घट है। उसदी वजह है कि ये एक रवैया है। मैनू समझ आई कि भी खान साहब जिहड़े ने वो जिस किस्म के नज़रियात, उन्हां दी जिस किस्म की परवरिश और ट्रेनिंग हुई है, लगता है कि जिस तरह कोई थड़े ते बैठे कोई बच्चे बंदे जिहड़े आम खड़े राह जांदी औरत दे बारे च कमेंट करते हैं, उन्हां दा ख्याल भी कोई उस तरह का ही है। उन्होंने ख्याल दे विच कोई तुहानू कोई किसी किस्म की इलमी गलबात या उहदे तुहानू किसी किस्म की कोई फहमो फरासत जिन्हों कहंदे ने, इस किस्म का कोई विजडम और कोई दनाई, कोई वजीर आजम वाली गल जिहड़ी ना तुहानू उहदे च नहीं लगदी। बल्कि वो औरतां दे बारे च उन्हां दा ख्याल उस तरह का ही है जिस तरह की उन्होंने एक्चुअली जिंदगी गुजारी है। मैं समझना कि उन्होंने सीखिया तो नहीं कुछ, उन्हें मैं उन्होंने बल्कि कुछ पिछले दिनों कुछ वीडियो वगैरह भी देख रहे सी जिस तरह समुद्र के उत्ते न्यूड कुड़ियां दे नाल नहा रहे हैं, उस बाद जो कमेंट कर रहे हैं न्यूड अपना उहदे ते बीचेस दे उत्ते जाके यूरोप दे विच जिंदगी गुजारी उन्होंने। उन्हां दा ख्याल जिहड़े ने ना वो उंज दे ही ने कि औरत दा जिहड़ा मकसद उन्होंने जिहड़ा सिक्खिया है, जिहड़े विच वो रहे ने, ਉਹਦੇ ਵਿੱਚ ਉਹਨਾਂ ਦਾ ਖਿਆਲ ਹੈ ਕਿ ਔਰਤ ਕੋਈ ਇਨਸਾਨ ਨਹੀਂ ਹੁੰਦੀ, ਇਹਦੀ ਕੋਈ ਸਿਲਸਿਲਾ ਨਹੀਂ ਹੈ। ਇਹ ਤੇ ਬਲਕਿ ਮਰਦ ਜਿਹੜਾ ਉਹ ਜਿਹੜਾ ਹੈ ਉਹ ਹਰ ਵੇਲੇ ਮਤਲਬ ਇਸ ਗੱਲ ਤੇ ਉਹ ਕੋਈ ਕਿਸੇ ਔਰਤ ਦੀਆਂ ਨੰਗੀਆਂ ਬਾਹਾਂ ਦੇਖ ਲੈਂਦਾ ਤੇ ਉਹਨੂੰ ਕੁਝ ਹੋਣ ਲੱਗ ਪੈਂਦਾ। ਉਹ ਕਿਸੇ ਔਰਤ ਨੂੰ ਮਤਲਬ ਦੁਪੱਟੇ ਤੋਂ ਬਗੈਰ ਦੇਖ ਲੈਂਦਾ ਤੇ ਉਹਨੂੰ ਕੁਝ ਹੋਣ ਲੱਗ ਪੈਂਦਾ। ਇਹ ਜਿਹੜਾ ਇੱਕ ਦਿਮਾਗ ਦਾ ਫਤੂਰ ਹੈ, ਇਹ ਇੱਕ ਮਰਦਾਂ ਦੇ ਉਹਦੇ ਵਿੱਚ ਜਿਹੜਾ ਨਾ ਬਹੁਤ ਜ਼ਿਆਦਾ ਇੱਕ ਆਇਆ ਹੈ ਕਿ ਜਿਹਦੀ ਵਜ੍ਹਾ ਦੇ ਨਾਲ ਇਹਨੂੰ ਜਿਹੜਾ ਹੈ ਉਹ ਰੇਪ ਕੇਸਿਸ ਦੇ ਵਿੱਚ ਇਜ਼ਾਫਾ ਹੋ ਰਿਹਾ। ਇਸ ਜਿਹੜਾ ਦਿਮਾਗ ਦੇ ਵਿੱਚ ਜਿਹੜਾ ਇੱਕ ਫਤੂਰ ਤੇ ਜਿਹੜੀ ਭੰਬਲਭੂਸੀ ਪਈ ਹੋਈ ਹੈ, ਇਹਨੂੰ ਕੱਢਣ ਦੀ ਲੋੜ ਹੈ। ਇਹਦੇ ਤੇ ਜਿੰਨੀ ਅਸੀਂ ਡਿਬੇਟ ਕਰਾਂਗੇ ਓਨਾ ਹੀ ਅਸੀਂ ਮੈਂ ਸਮਝਣਾ ਆਪਣੇ ਆਪ ਨੂੰ ਵੀ ਕਲੀਅਰ ਕਰਾਂਗੇ ਤੇ ਆਪਣੇ ਘਰ ਤੇ ਬਾਹਰ ਦੇ ਮਹੱਲੇ ਦੇ ਵਿੱਚ ਸਾਰੇ ਲੋਕਾਂ ਨੂੰ ਇਸ ਬਾਰੇ ਕਲੀਅਰ ਵੀ ਕਰਾਂਗੇ ਕਿ ਔਰਤ ਜਿਹੜੀ ਹੈ ਉਹਦੇ ਬਾਰੇ ਚ ਕਿਆ ਇਹ ਵਜ੍ਹਾ ਉਹਦੀ ਇਹੀ ਹੈ ਕਿ ਜਿੱਥੇ ਰੇਪ ਕੇਸ ਬਹੁਤ ਜ਼ਿਆਦਾ ਹੋਣ ਲੱਗ ਗਏ ਨੇ। ਤੇ ਮੈਂ ਸਮਝਦਾ ਕਿ ਇਹ ਗੱਲ ਜਿਹੜੀ ਆਪਣੇ ਤੌਰ ਤੇ ਬੁਨਿਆਦੀ ਤੌਰ ਤੇ ਗੱਲ ਗਲਤ ਹੈ ਕਿ ਇਹਦੇ ਨਾਲ ਕਿ ਵੀ ਮਰਦ ਦੇ ਅੰਦਰ ਬੜੀ ਹਵਸ ਪੈਦਾ ਹੋ ਜਾਂਦੀ ਹੈ। ਮਰਦ ਜਿਹੜਾ ਹੈ ਉਹ ਆਪਣੇ ਆਪ ਤੋਂ ਇੱਕ ਬੇਕਾਬੂ ਹੋ ਜਾਂਦਾ ਹੈ ਔਰ ਮਰਦ ਦੇ ਜਿਹੜੇ ਉਹ ਜਿਹੜੇ ਸਾਰਾ ਉਹਦੀ ਫੀਲਿੰਗਸ ਨੇ ਉਹ ਜਿਹੜੀਆਂ ਨੇ ਨਾ ਉਹ ਇੱਕ ਤਰ੍ਹਾਂ ਦੀਆਂ ਸੈਕਸੁਅਲੀ ਮੋਟੀਵੇਟ ਹੋ ਜਾਂਦੀਆਂ ਨੇ। ਮੈਂ ਸਮਝਦਾ ਇਹ ਗੱਲ ਨਹੀਂ, ਇਹ ਗੱਲ ਜਿਹੜੀ ਹੈ ਨਾ ਇਹ ਆਪਣੇ ਤੌਰ ਤੇ ਬੁਨਿਆਦੀ ਤੌਰ ਤੇ ਇਹ ਗੱਲ ਗਲਤ ਹੈ ਕਿਉਂਕਿ ਇਸ ਅਗਰ ਇਸ ਤਰ੍ਹਾਂ ਦਾ ਹੋਵੇ ਤੇ ਫਿਰ ਉਹ ਕਮਜ਼ੋਰ ਦੇ ਉੱਤੇ ਹੀ ਕਿਉਂ ਮਤਲਬ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਬੱਚਿਆਂ ਦੇ ਨਾਲ ਵੀ ਰੇਪ ਹੁੰਦੇ ਨੇ ਉੱਥੇ, ਮੁੰਡਿਆਂ ਦੇ ਨਾਲ ਵੀ ਹੁੰਦੇ ਨੇ ਤੇ ਉਹ ਸਾਰੇ ਜਿਹੜੇ ਹਮਜਿਨਸੀਅਤ ਪ੍ਰਸਤੀ ਵੀ ਬਹੁਤ ਜ਼ਿਆਦਾ ਹਰ ਜਗ੍ਹਾ ਦੇ ਉੱਤੇ ਉੱਥੇ ਪਾਈ ਜਾਂਦੀ ਹੈ। ਤੇ ਅਗਰ ਉਹ ਸਾਰੀ ਚੀਜ਼ ਜਿਹੜੀ ਹੈ ਕਿ ਛੋਟੇ ਬੱਚੇ, ਛੋਟੀ ਬੱਚੀਆਂ ਜਾਂ ਔਰਤ, ਇਹਨਾਂ ਨੂੰ ਉਹ ਸਾਰਾ ਮਰਦ ਜਿਹੜਾ ਨਾ ਆਪਣੀ ਤਾਕਤ ਦੇ ਨਾਲ ਵੇਖਦਾ ਕਿ ਮੈਂ ਇੱਕ ਮੁਆਸ਼ਰੇ ਦਾ ਇੱਕ ਤਾਕਤਵਰ ਹਿੱਸਾ ਹਾਂ, ਮੈਨੂੰ ਕੌਣ ਕੁਝ ਰੋਕ ਸਕਦਾ। ਇਹ ਮੇਰੇ ਸਾਹਮਣੇ ਆਈ ਹੈ ਤੇ ਹੁਣ ਮੈਂ ਇਹਨੂੰ ਆਪਣੀ ਤਾਕਤ ਦਿਖਾਵਾਂ, ਇਹਨੂੰ ਆਪਣੀ ਮਰਦਾਨਗੀ ਦਿਖਾਵਾਂ ਕਿ ਮੈਂ ਤਾਕਤਵਰ ਹੈਗਾ ਤੇ ਤੂੰ ਸਾਹਮਣੇ ਆਈ ਹੈ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੋਇਆ। ਕੋਈ ਉਹਦੇ 'ਚ ਜਿਹੜੀ ਇੱਕ ਸੈਕਸੁਅਲ ਜਿਹੜੀ ਇੱਕ ਮੋਟੀਵੇਸ਼ਨ ਹੈ ਉਹ ਮੈਂ ਸਮਝਦਾ ਇਹਦੇ ਵਿੱਚ ਨਹੀਂ ਹੈ। ਇਹਦੇ ਵਿੱਚ ਇੱਕ ਦਿਮਾਗ ਦੀ ਖਰਾਬੀ ਔਰ ਉਹਦੇ ਨਾਲ ਇੱਕ ਜਿਹੜਾ ਉਹਦੇ ਅੰਦਰ ਇੱਕ ਔਰਤ ਨੂੰ ਦਬਾਉਣ ਦਾ ਜਾਂ ਆਪਣੇ ਕਮਜ਼ੋਰਾਂ ਨੂੰ ਦਬਾਉਣ ਦਾ ਜਿਹੜਾ ਇੱਕ ਸਾਰਾ ਇੱਕ ਉਹਦੇ ਅੰਦਰ ਇੱਕ ਦਿਮਾਗ 'ਚ ਗਰੂਮਿੰਗ ਹੋਈ ਹੈ ਜਾਂ ਦਿਮਾਗ ਦੇ ਜਿਹੜੀ ਚੀਜ਼ ਨੇ ਪਰਵਰਿਸ਼ ਪਾਈ ਹੈ ਉਹ ਇਹੀ ਹੈ। ਉਹਨੇ ਇਸ ਤੋਂ ਇਲਾਵਾ ਕੋਈ ਸੁਸਾਇਟੀ 'ਚ ਕੁਝ ਦੇਖਿਆ ਹੀ ਨਹੀਂ। ਉਹਨੂੰ ਜਿਹੜਾ ਉਹਨੂੰ ਇੱਕ ਜਿਹੜਾ ਨਾ ਇਹੀ ਚੀਜ਼ਾਂ ਦਿਖਦੀਆਂ ਨੇ ਜਿਹੜੀਆਂ ਕਿ ਉਹਨੇ
ਸੁਣੀ ਸੁਣਾਈ ਇੱਕ ਆਵਾਰਾ ਇੱਕ ਜਿਹੜਾ ਤਸੱਵਰ ਹੈਗਾ ਨਾ, ਉਹ ਇਹ ਖਾਨ ਸਾਹਿਬ ਨੇ ਵੀ ਉਹੀ ਤਸੱਵਰ ਪੇਸ਼ ਕੀਤਾ। ਤੇ ਇਹ ਤਸੱਵਰ ਦੇ ਉੱਤੇ ਬੜਾ ਦੁੱਖ ਵੀ ਹੁੰਦਾ ਹੈ ਕਿ ਅਗਰ ਮੁਲਕ ਦਾ ਵਜ਼ੀਰ ਆਜ਼ਮ ਜਿਹੜਾ ਤੇ ਉਹ ਅਗਰ ਇਸ ਕਿਸਮ ਦੇ ਨਜ਼ਰੀਆਤ ਰੱਖਦਾ ਤੇ ਉਹ ਸੁਸਾਇਟੀ ਨੂੰ ਇਸਲਾਹ ਕਿੱਥੋਂ ਕਰਨੀ ਉਹਨੇ ਸੁਸਾਇਟੀ ਨੂੰ ਅੱਜ ਦੇ ਦੌਰ ਦੇ ਵਿੱਚ ਇੱਕ ਮਾਡਰਨ ਸੁਸਾਇਟੀ ਕਿਵੇਂ ਬਣਾਉਣੀ ਹੈ, ਉਹ ਬਣਨੀ ਬੜੀ ਮੁਸ਼ਕਲ ਹੋ ਜਾਂਦੀ ਹੈ। ਤੇ ਉਹਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਇੱਕ ਖਿਆਲ ਪੈਦਾ ਹੁੰਦਾ ਫੌਰੀ ਤੌਰ ਦੇ ਉੱਤੇ ਕਿ ਇਹ ਔਰਤ ਅਗਰ ਲਿਬਾਸ ਜਿਹੜਾ ਹੈ ਉਹ ਠੀਕ ਪਾਉਣ, ਨਹੀਂ ਕਸੂਰ ਔਰਤ ਦਾ ਹੈ। ਅਗਰ ਉਹ ਰੇਪ ਹੁੰਦੀ ਹੈ, ਇਹ ਦੇਖੋ ਕੈਸੀ ਗੱਲ ਹੈ ਕਿ ਕਸੂਰ ਜਿਹੜਾ ਹੈ ਉਹ ਔਰਤ ਦਾ ਹੈ ਕਿ ਉਹ ਰੇਪ ਹੁੰਦੀ ਹੈ, ਕਸੂਰ ਔਰਤ ਦਾ ਹੈ, ਕਸੂਰ ਬੱਚਿਆਂ ਦਾ ਹੈ ਉਹ ਨਿੱਕਰ ਪਾ ਕੇ ਕਿਉਂ ਖੇਡਦੇ ਨੇ, ਕਸੂਰ ਜਿਹੜਾ ਹੈ ਬੱਚੀਆਂ ਦਾ ਹੈ ਕਿ ਉਹ ਦੁਪੱਟਾ ਲੈ ਕੇ ਤੇ ਚਾਦਰ ਲਪੇਟ ਕੇ ਜਿਹੜਾ ਬਾਹਰ ਕਿਉਂ ਨਿਕਲਦੀਆਂ ਨੇ, ਮਰਦ ਤੇ ਬਾਹਰ ਫਿਰ ਰਹੇ ਨੇ, ਮਰਦ ਤੇ ਬਾਹਰ ਲੱਭਦੇ ਫਿਰ ਰਹੇ ਨੇ, ਜਿਹੜੀ ਇਸ ਕਿਸਮ ਦੀ ਮਿਲੇ ਉਹਨੂੰ ਉਹ ਰੇਪ ਕਰਨ। ਇਹ ਮੈਂ ਸਮਝਦਾ ਇੱਕ ਇੰਨਾ ਜਾਨਵਰਾਂ ਵਾਲਾ ਔਰ ਇੱਕ ਇੰਨਾ ਪਸਮਾਨਦਾ ਔਰ ਇੱਕ ਬਰਬਰੀਅਤ ਦੇ ਦੌਰ ਦਾ ਤਸੱਵਰ ਹੈ ਕਿ ਜਿਹਦਾ ਅੱਜ ਦੇ ਮੁਆਸ਼ਰੇ ਵਿੱਚ ਜਿਹਦੀ ਕੋਈ ਜਗ੍ਹਾ ਨਹੀਂ ਹੈਗੀ। ਇਹਦੇ ਵਾਸਤੇ ਇਹਦੇ ਬਜਾਏ ਇਸਤੇ ਵਜ਼ੀਰ ਆਜ਼ਮ ਇਹ ਆਖੇ ਕਿ ਅਸੀਂ ਇਹਦੇ ਵਾਸਤੇ ਕਾਨੂੰਨ ਨੂੰ ਸਖਤ ਕਰ ਰਹੇ ਹਾਂ, ਅਸੀਂ ਇਹਦੇ ਵਾਸਤੇ ਲੋਕਾਂ ਦੇ ਅਸੀਂ ਆਪਣੇ ਇਦਾਰਿਆਂ ਦੀ ਟ੍ਰੇਨਿੰਗ ਕਰ ਰਹੇ ਹਾਂ, ਅਸੀਂ ਪੁਲਿਸ ਦੀ ਟ੍ਰੇਨਿੰਗ ਕਰ ਰਹੇ ਹਾਂ, ਅਸੀਂ ਆਪਣੇ ਇਦਾਰੇ ਬਾਕੀ ਜਿਹੜੇ ਨੇ ਉਹਨਾਂ ਦੀ ਟ੍ਰੇਨਿੰਗ ਕਰ ਰਹੇ ਹਾਂ ਕਿ ਵੀ ਇਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਾ ਹੋਵੇ, ਤਾਂ ਕਿ ਲੋਕਾਂ ਦਾ ਇੱਕ ਜਿਹੜਾ ਤਸੱਵਰ ਹੈਗਾ ਜਿਹੜਾ ਇੱਕ ਆਪੋਜ਼ਿਟ ਜੈਂਡਰ ਦੇ ਬਾਰੇ 'ਚ ਜਾਂ ਇੱਕ ਉਹਨਾਂ ਇੱਕ ਔਰਤਾਂ ਦੇ ਬਾਰੇ 'ਚ ਜਿਹੜਾ ਇੱਕ ਪਾਇਆ ਜਾਂਦਾ ਉਹਨੂੰ ਚੇਂਜ ਕੀਤਾ ਜਾਏ। ਲੇਕਿਨ ਉਹ ਉਹਨਾਂ ਦੇ ਵਿੱਚ ਤਸੱਵਰ ਨਹੀਂ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਹੀ ਨਹੀਂ ਹੋਈ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ। ਤੇ ਉਹ ਉਹੀ ਤਸੱਵਰਾਤ ਉਹਨਾਂ ਦੇ ਅੰਦਰ ਰਵਾਇਤੀ ਥੜਿਆਂ ਵਾਲਿਆਂ ਦੇ ਜਿਹੜੇ ਤਸੱਵਰਾਤ ਪਾਏ ਜਾਂਦੇ ਨੇ ਉਹ ਉਹੀ ਹੈਗੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ, ਜਿਹਦਾ ਕੋਈ ਸਟੈਂਡਰਡ ਕੋਈ ਐਸਾ ਸਟੈਂਡਰਡ ਅੱਜ ਦੇ ਇੱਕ ਜਿਹੜਾ ਇੱਕ ਇਲਮੀ ਦੌਰ ਸਾਇੰਸੀ ਦੌਰ ਜਾ ਰਿਹਾ ਉਹਦੇ ਤੋਂ ਉਹਨਾਂ ਨੇ ਕੁਝ ਸਿੱਖਿਆ ਸੁੱਖਿਆ ਨਹੀਂ ਹੈਗਾ। ਤੇ ਇਹ ਜਿਹੜੀ ਇਹਦੇ 'ਚ ਤੁਸੀਂ ਦੇਖੋ ਕਿ ਇਹਦੇ 'ਚ ਅਸਲ ਅਸਬਾਬ ਕੀ ਹੋ ਸਕਦੇ ਨੇ ਕਿ ਬੱਚਾ ਆਇਆ ਇੱਕ ਬੱਚੇ ਨੂੰ ਦੇਖ ਕੇ ਆਇਆ, ਇੱਕ ਬੱਚੀ ਨੂੰ ਦੇਖ ਕੇ, ਜਾਂ ਔਰਤ ਦੇ ਮਤਲਬ ਕੋਈ ਔਰਤ ਦੇ ਬਾਲ ਦੇਖ ਕੇ ਜਾਂ ਔਰਤ ਦੀ ਬਾਜ਼ੂ ਦੇਖ ਕੇ ਜਾਂ ਔਰਤ ਦੀ ਗਰਦਨ ਫੇਸ ਦੇਖ ਕੇ ਬੰਦੇ ਨੂੰ ਕੁਝ ਹੋ ਜਾਂਦਾ, ਇਹ ਗੱਲ ਨਹੀਂ ਹੈ। ਮੇਰਾ ਇਹ ਖਿਆਲ ਹੈ ਕਿ ਇਹਦੇ ਵਿੱਚ ਅਸਲ ਜਿਹੜਾ ਤਸੱਵਰ ਪਿੱਛੇ ਬੰਦੇ ਦੇ ਮੈਨ ਦਾ ਜਿਹੜਾ ਇੱਕ ਮਾਈਂਡ ਸੈਟ ਹੈ, ਉਹ ਮਾਈਂਡ ਸੈਟ ਜਿਹੜਾ ਹੈ ਨਾ ਜੀ, ਉਹ ਆਪਣੇ ਤੌਰ ਤੇ ਇਹ ਜ਼ਾਹਿਰ ਕਰ ਰਿਹਾ ਕਿ ਉਹਦੇ ਅੰਦਰ ਇੱਕ ਤਾਕਤ ਦਾ ਤਸੱਵਰ ਹੈ, ਉਹਦੇ ਅੰਦਰ ਜਿਹੜਾ ਹੈ ਉਹ ਇੱਕ ਜਿਹੜਾ ਹੈ ਇੱਕ ਉਹ ਇਹ ਗੱਲ ਨੂੰ ਸਮਝਦਾ ਕਿ ਮੈਂ ਜਿੰਨੀ ਤੱਕ ਆਪਣੀ ਇੱਥੇ ਆਪਣੀ ਇਹ ਤਾਕਤ ਨਾ ਦਿਖਾਈ ਤੇ ਮੈਨੂੰ ਇਹ ਸਮਝਿਆ ਜਾਏਗਾ ਕਿ ਮੈਂ ਸ਼ਾਇਦ ਕੋਈ ਕਮਜ਼ੋਰ ਜਿਨਸ ਹੈ। ਇਹ ਜਿਹੜੇ ਤਸੱਵਰਾਤ ਨੇ ਤਾਕਤ ਨੂੰ ਦਿਖਾਉਣ ਵਾਲੇ, ਇਹ ਬੁਨਿਆਦੀ ਤੌਰ ਤੇ ਇੱਕ ਸੁਸਾਇਟੀ ਦੀ ਇੱਕ ਇਲਨੈਸ ਜਾਂ ਬਿਮਾਰੀ ਜਿਹਨੂੰ ਕਹਿੰਦੇ ਨੇ ਕਿ ਸੁਸਾਇਟੀ ਦੀ ਜ਼ਿਹਨੀ ਬਿਮਾਰੀ ਦੀ ਨਿਸ਼ਾਨੀ ਹੈ ਕਿ ਜ਼ਿਹਨੀ ਤੌਰ ਤੇ ਬਿਮਾਰ ਕੌਮ ਜਿਹੜੀ ਹੁੰਦੀ ਹੈ ਨਾ ਜੀ, ਉਹਦੇ 'ਚ ਉਹਨੂੰ ਦੂਸਰੇ ਇਨਸਾਨ ਵਿਖਦੇ ਨਹੀਂ, ਉਹਨੂੰ ਉਹਦੇ 'ਚ ਦੂਸਰੇ ਇਨਸਾਨ ਜਿਹੜੇ ਨੇ ਉਹਨਾਂ ਦੀ ਆਜ਼ਾਦੀ, ਉਹਨਾਂ ਦੀ ਕਿਸੇ ਕਿਸਮ ਦੀ ਚੀਜ਼ ਉਹ ਨਹੀਂ ਵਿਖਦੀ। ਅਗਰ ਲਿਬਾਸ ਦੀ ਗੱਲ ਹੋਵੇ ਤੇ ਲਿਬਾਸ ਤੇ ਬੰਦੇ ਤੇ ਬੜੇ ਬਨਿਆਨਾਂ ਨਾਲ ਫਿਰ ਰਹੇ ਹੁੰਦੇ ਨੇ, ਬੰਦੇ ਤੇ ਜਾਂਗੀਆਂ ਪਾ ਕੇ ਵੀ ਫਿਰ ਰਹੇ ਹੁੰਦੇ ਨੇ, ਕਿਉਂ ਨਹੀਂ ਉਹਨੂੰ ਕੁਝ ਹੁੰਦਾ, ਕਿਉਂਕਿ ਉਹ ਤਾਕਤ ਹੈ ਉੱਥੇ ਜਿਹੜਾ ਹੈ ਉਹਨੂੰ ਮੁਕਾਬਲੇ 'ਚ ਰਿਟੈਲੀਏਸ਼ਨ ਹੋ ਸਕਦੀ ਹੈ, ਉੱਥੇ ਉਹ ਤਸੱਵਰ ਉਹਨੇ ਕੱਢ ਦਿੱਤਾ ਹੈ ਦਿਮਾਗ 'ਚੋਂ, ਉਹ ਸਿਰਫ ਉੱਥੇ ਹੀ ਉਹਨੂੰ ਇਹ ਸਾਰੀ ਚੀਜ਼ਾਂ ਫੀਲ ਹੁੰਦੀਆਂ ਨੇ ਜਿੱਥੇ ਕਿ ਉਹਨੂੰ ਪਤਾ ਹੈ ਇਹ ਕਮਜ਼ੋਰ ਹੈ ਮੇਰੇ ਤੋਂ, ਇਹ ਮੇਰੇ ਅੱਗੇ ਬੋਲ ਨਹੀਂ ਸਕਦੇ, ਕਾਨੂੰਨ ਮੇਰੇ ਨਾਲ ਹੈ ਜਾਂ ਕਾਨੂੰਨ ਦੀ ਸਪੋਰਟ ਮੈਨੂੰ ਮਿਲੇਗੀ, ਕਿਉਂਕਿ ਇਹ ਸਾਰੀ ਮਰਦਾਂ ਦੀ ਸੁਸਾਇਟੀ ਹੈ, ਉਹਦੇ 'ਚ ਔਰਤਾਂ ਦੇ ਬਾਰੇ ਦੇ ਤਸੱਵਰ ਹੀ ਇਸ ਤਰ੍ਹਾਂ ਦੇ ਨੇ। ਇਸ ਵਾਸਤੇ ਉਹ ਇੱਕ ਰਿਆਸਤੀ ਉਹਦੇ ਅੰਦਰ ਇੱਕ ਜਿਹੜਾ ਨਾ ਇੱਕ ਬੈਕਿੰਗ ਉਹ ਵੀ ਉਹਦੇ ਅੰਦਰ ਪਾਈ ਜਾਂਦੀ ਹੈ, ਤੇ ਉਹ ਇੱਕ ਜਿਹੜਾ ਹੈ ਨਾ ਇਸ ਚੀਜ਼ ਨੂੰ ਆਪਣਾ ਸਮਝਦਾ ਹੈ ਕਿ ਸ਼ਾਇਦ ਉਹਦੇ ਅੰਦਰ ਕੋਈ ਜਿਨਸੀ ਤੌਰ ਤੇ ਕੋਈ ਬੜਾ ਸਟਰੋਂਗ ਹੈ, ਉਹ ਹਰ ਵੇਲੇ ਇਸ ਤਲਾਸ਼ ਵਿੱਚ ਹੈ ਔਰ ਉਹਨੂੰ ਜਿਵੇਂ ਉਹ ਸਿਲਸਿਲਾ ਹੋਏਗਾ ਤੇ ਉਹ ਛੱਡੇਗਾ ਨਹੀਂ। ਇਹ ਇਸ ਚੀਜ਼ ਨੂੰ ਡਿਸਕਰੇਜ ਕਰਨ ਦੀ ਲੋੜ ਹੈ। ਔਰਤਾਂ ਦਾ ਮਸਲਾ, ਔਰਤਾਂ ਦੇ ਇੱਕ ਜਿਹੜਾ ਪਾਕਿਸਤਾਨ ਦੇ ਵਿੱਚ ਰੇਪ ਕੇਸ ਦੇ ਵਿੱਚ ਜਿਹੜਾ ਬਹੁਤ ਵਾਧਾ ਹੋ ਰਿਹਾ ਹੈ, ਉਹਦਾ ਕਤਈ ਤੌਰ ਦੇ ਉੱਤੇ ਅਸਲ ਰੀਜ਼ਨ ਜਿਹੜਾ ਹੈ ਉਹ ਇਹ ਔਰਤਾਂ ਦਾ ਬੇਲਬਾਸ ਹੋ ਕੇ ਨਿਕਲਣਾ ਜਾਂ ਬੇਵਕਤ ਹੋਣਾ ਨਹੀਂ ਹੈ, ਬੰਦੇ ਦੇ ਦਿਮਾਗ ਦਾ ਕਸੂਰ ਹੈ, ਉਹਦੇ ਦਿਮਾਗ 'ਚ ਬਿਮਾਰੀ ਹੈ, ਫਤੂਰ ਹੈ, ਜਿਹੜਾ ਕਿ ਇਸ ਪਾਸੇ ਵੱਲ ਉਹਨੂੰ ਲਿਜਾਂਦਾ ਹੈ। ਵਰਨਾ ਤੁਸੀਂ ਦੇਖੋ ਕਿ ਮੁੰਡੇ ਵੀ ਨੇ ਉੱਥੇ ਫਿਰ ਰਹੇ ਨੇ, ਸਾਰੇ ਫਿਰ ਰਹੇ ਨੇ, ਮਤਲਬ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਉੱਥੇ ਅਗਰ ਗੈਰ ਮਹਿਫੂਜ਼ ਸਮਝਦੇ ਹੋ ਤੇ ਅਗਰ ਤੁਸੀਂ ਕਿਸੇ ਤੋਂ ਵੀਕ ਹੋ ਤੇ ਆਪਣੇ ਆਪ ਨੂੰ ਗੈਰ ਮਹਿਫੂਜ਼ ਸਮਝਦੇ ਹੋ। ਉਹਦੇ ਵਿੱਚ ਮਾਲੀ ਹਵਾਲੇ ਨਾਲ ਵੀ ਇਕਨੋਮੀ ਦਾ ਵੀ ਬੜਾ ਵੱਡਾ ਰੀਜ਼ਨ ਹੈ ਕਿ ਗਰੀਬ ਲੋਕ ਜਿਹੜੇ ਨੇ, ਗਰੀਬ ਔਰਤ, ਗਰੀਬ ਬੱਚੇ, ਉਹ ਆਪਣੇ ਮਹੱਲੇ ਦੇ ਵਿੱਚ ਕਿਸੇ ਤਗੜੇ ਕੋਲੋਂ ਜਾਂ ਕਿਸੇ ਉਹਦੇ ਕੋਲੋਂ ਮਹਿਫੂਜ਼ ਨਹੀਂ ਹੈਗੇ। ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲੋਂ ਵੀ ਮਹਿਫੂਜ਼ ਨਹੀਂ। ਦੇਖੋ ਤੁਸੀਂ ਸਭ ਤੋਂ ਜ਼ਿਆਦਾ ਜਿਹੜੇ ਉੱਥੇ ਰੇਪ ਕੇਸ ਹੁੰਦੇ ਨੇ ਉਹ ਰਿਸ਼ਤੇਦਾਰਾਂ 'ਚ ਆਪਸ 'ਚ ਹੁੰਦੇ ਨੇ, ਫੈਮਿਲੀਜ਼ ਦੇ ਅੰਦਰ ਹੋ ਰਹੇ ਨੇ। ਤੁਹਾਡੇ ਆਪਣੇ ਅਜ਼ੀਜ਼ੋ ਘਰ ਬੜੇ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ, ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਨੇ। ਇਹ ਕੀ ਹੈਗਾ ਸਾਰਾ ਕੁਝ? ਇਹ ਸਾਰਾ ਸਾਡੇ ਇੱਕ ਫੈਮਿਲੀ ਸੈਟਅਪ ਦਾ ਇੱਕ ਸਿਲਸਿਲਾ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਮੌਕੇ ਸਾਨੂੰ ਜਿਹੜੇ ਨੇ ਨਾ ਉਹ ਮੌਕੇ ਜ਼ਿਆਦਾ ਅਵੇਲੇਬਲ ਹੁੰਦੇ ਨੇ। ਤੇ ਉਸ ਵਾਸਤੇ ਮਰਦ ਉਸ ਮੌਕੇ ਦਾ ਮਿਲਣਾ ਜਿਹੜਾ
ਉਹਦਾ ਐਡਵਾਂਟੇਜ ਲੈ ਰਿਹਾ ਹੁੰਦਾ ਪੂਰਾ। ਤੇ ਇਸ ਚੀਜ਼ਾਂ ਦੇ ਉੱਤੇ ਵੀ ਗੌਰ ਔਰ ਡਿਬੇਟ ਕਰਨ ਦੀ ਜ਼ਰੂਰਤ ਹੈ ਕਿ ਆਇਆ ਫੈਮਿਲੀ ਸੈਟ ਕਿਸ ਟਾਈਪ ਦਾ ਹੋਣਾ ਚਾਹੀਦਾ। ਉਹਦੇ 'ਚ ਸਾਰੇ ਅਸੀਂ ਇਹਦੇ ਤੇ ਬਾਅਦ 'ਚ ਗੱਲ ਕਰਨੇ ਆ ਕਿ ਇਹਦੇ ਉਪਾਅ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ। ਲੇਕਿਨ ਇਹ ਕਿ ਅਸੀਂ ਬੁਨਿਆਦੀ ਤੌਰ ਤੇ ਅਸੀਂ ਇਹ ਦੇਖਦੇ ਹਾਂ ਕਿ ਇਹ ਜਿਹੜਾ ਤਾਕਤ ਦਾ ਔਰ ਮਰਦਾਨਗੀ ਦਿਖਾਉਣ ਦਾ ਸਾਰਾ ਸਿਲਸਿਲਾ ਹੈ, ਇਹਦੇ ਵਿੱਚ ਜਿਹੜਾ ਹੈ ਉਹ ਮਰਦ ਦੇ ਦਿਮਾਗ ਦੀ ਇੱਕ ਜਿਹੜੀ ਚੀਜ਼ ਹੈ ਉਹੀ ਹੈ ਜਿਹਦੀ ਉਹਨੂੰ ਟ੍ਰੇਨਿੰਗ ਦਿੱਤੀ ਗਈ ਹੈ। ਉਹਨੂੰ ਜਿਹੜਾ ਸ਼ੁਰੂ ਤੋਂ ਉਹਨੂੰ ਇਹ ਕਿਹਾ ਗਿਆ ਕਿ ਤੂੰ ਤਾਕਤਵਰ ਹੈ, ਤੂੰ ਸੁਸਾਇਟੀ ਦਾ ਅਸਲ ਜਿਹੜਾ ਨਿਗਹਿਬਾਨ ਹੈ ਉਹ ਤੂੰ ਹੈ। ਬੜਿਆਂ ਦਾ ਜਿਹੜਾ ਬਜ਼ੁਰਗਾਂ ਦਾ ਆਪਣੇ ਵੱਡਿਆਂ ਦਾ ਜਿਹੜਾ ਉਹਨਾਂ ਦੀ ਬਜ਼ੁਰਗੀ ਦੇ ਵਿੱਚ ਜਾ ਕੇ ਸਹਾਰਾ ਬਣਨਾ, ਤੂੰ ਬਣਨਾ, ਉਹਦੇ ਅੰਦਰ ਤਾਕਤ ਦਾ ਅਹਿਸਾਸ ਹੈਗਾ ਕਿ ਮੇਰੇ ਤੇ ਅਲਟੀਮੇਟਲੀ ਸਾਰਾ ਕੁਝ ਡਿਪੈਂਡ ਕਰ ਰਿਹਾ। ਕਿਉਂਕਿ ਰਿਆਸਤ ਸਾਡੀ ਇਹਨਾਂ ਚੀਜ਼ਾਂ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਔਰ ਅਸੀਂ ਆਪਣੇ ਜਿਹੜੀ ਜੈਂਡਰ ਡਿਸਕ੍ਰਿਮੀਨੇਸ਼ਨ ਕਰਕੇ ਅਸੀਂ ਆਪਣੀ ਬੇਟੀਆਂ ਨੂੰ, ਬੱਚੀਆਂ ਨੂੰ, ਭੈਣਾਂ ਨੂੰ ਅਸੀਂ ਇਹ ਚੀਜ਼ਾਂ ਸਿਖਾਈਆਂ ਹੀ ਨਹੀਂ ਨੇ ਕਿ ਉਹ ਵੀ ਕਿਸੇ ਕਿਸਮ ਦਾ ਸਹਾਰਾ ਹੋ ਸਕਦੀਆਂ ਨੇ, ਉਹ ਵੀ ਇਸ ਚੀਜ਼ਾਂ ਦੇ ਉੱਤੇ ਆ ਸਕਦੀਆਂ ਨੇ ਔਰ ਉਹ ਇੱਕ ਸੁਸਾਇਟੀ ਦੇ ਵਿੱਚ ਆਪਣਾ ਪੂਰਾ ਇੱਕ ਰੋਲ ਪਲੇ ਕਰਕੇ ਆਪਣੇ ਅਗਰ ਕੋਈ ਉਹਨਾਂ ਦੇ ਬੁੱਢੇ ਮਾਂ-ਬਾਪ ਹੈਗੇ ਨੇ, ਸਿਲਸਿਲਾ ਹੈਗਾ, ਉਹਨਾਂ ਨੂੰ ਉਹ ਸੰਭਾਲ ਸਕਦੀਆਂ ਨੇ। ਅਗਰ ਰਿਆਸਤ ਨਹੀਂ ਸੰਭਾਲ ਰਹੀ, ਬੁਨਿਆਦੀ ਤੌਰ ਤੇ ਇਹਦੇ ਤੇ ਰਿਆਸਤ ਨੂੰ ਅੱਗੇ ਆਉਣ ਦੀ ਲੋੜ ਹੈ। ਇਹ ਸਾਡੀ ਬਿਮਾਰੀਆਂ ਇਸ ਚੀਜ਼ ਨਾਲ ਹੀ ਰਿਲੇਟਡ ਨੇ ਕਿ ਰਿਆਸਤ ਨੇ ਆਪਣਾ ਕਿਰਦਾਰ ਜਿਹੜਾ ਸੀ ਨਾ ਉਹ ਹਰ ਚੀਜ਼ ਛੱਡ ਦਿੱਤਾ ਹੋਇਆ। ਰਿਆਸਤ ਜਿਹੜੀ ਹੈ ਉਹ ਲੋਕਾਂ ਦੀ ਰੋਜ਼ਗਾਰ ਦੀ ਜ਼ਾਮਨ ਨਹੀਂ ਹੈ, ਰਿਆਸਤ ਲੋਕਾਂ ਦੇ ਤਹਫੁਜ਼ ਦੀ ਵੀ ਜ਼ਾਮਨ ਨਹੀਂ। ਅਸੀਂ ਪਾਕਿਸਤਾਨ ਵਰਗੀ ਸੁਸਾਇਟੀ ਦੀ ਗੱਲ ਕਰ ਰਹੇ ਹਾਂ ਕਿ ਅਗਰ ਉਹ ਸੁਸਾਇਟੀ ਦੇ ਵਿੱਚ ਤਹਫੁਜ਼ ਵੀ ਨਹੀਂ ਦੇ ਸਕਦੀ, ਰੋਜ਼ਗਾਰ ਵੀ ਨਹੀਂ ਦੇ ਸਕਦੀ, ਉਹ ਲੋਕਾਂ ਦੇ ਨੂੰ ਹੋਰ ਬਹੁਤ ਸਾਰੀਆਂ ਸਹੂਲਤਾਂ ਨਹੀਂ, ਉਹਨਾਂ ਨੂੰ ਆਜ਼ਾਦੀਆਂ ਨਹੀਂ ਦੇ ਸਕਦੀ, ਆਜ਼ਾਦੀਆਂ ਦਾ ਤਹਫੁਜ਼ ਨਹੀਂ ਕਰ ਸਕਦੀ, ਤੇ ਫਿਰ ਜ਼ਾਹਿਰ ਹੈ ਕਿ ਜਿੱਥੇ ਇੱਕ ਇਸ ਕਿਸਮ ਦਾ ਮੁਆਸ਼ਰਾ ਜਿਹੜਾ ਚੱਲ ਰਿਹਾ ਹੁੰਦਾ ਹੈ, ਜਿਹੜਾ ਕਿ ਹਰ ਪਾਸਿਓਂ ਇੱਕ ਅਸਲ ਮਾਦਰ ਪਿੱਤਰ ਆਜ਼ਾਦ ਇਹ ਮੁਆਸ਼ਰਾ ਹੈ। ਜੇ ਅਸੀਂ ਯੂਰਪ ਨੂੰ ਕਹਿ ਰਹੇ ਹੁੰਦੇ ਹਾਂ, ਅਸਲ ਮਾਦਰ ਪਿੱਤਰ ਆਜ਼ਾਦ ਇਹ ਮੁਆਸ਼ਰਾ ਹੁੰਦਾ ਹੈ ਜਿਹਦੇ ਵਿੱਚ ਰਿਆਸਤ ਜਿਹੜੀ ਹੈ ਉਹ ਆਪਣਾ ਕਿਰਦਾਰ ਅਦਾ ਨਹੀਂ ਕਰ ਰਹੀ, ਜਿਹਦੇ ਵਿੱਚ ਕਾਨੂੰਨ ਜਿਹੜਾ ਹੈ ਉਹ ਕਮਜ਼ੋਰ ਨੂੰ ਜਿਹੜਾ ਮਾਰਦਾ ਹੈ ਤੇ ਤਗੜੇ ਦੇ ਨਾਲ ਜਾ ਕੇ ਖਲੋ ਜਾਂਦਾ ਹੈ, ਤਗੜੇ ਦਾ ਤਹਫੁਜ਼ ਕਰਦਾ ਹੈ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਉਸ ਇੱਕ ਜਾਗੀਰਦਾਰੀ ਤੇ ਟਰਾਈਬਲ ਸੁਸਾਇਟੀ ਦਾ ਹਿੱਸਾ ਨੇ। ਤੇ ਇਹਦੇ ਵਿੱਚ ਜਿਹੜਾ ਸੀ ਉਹਦੇ ਇੱਕ ਵਜ਼ੀਰ ਆਜ਼ਮ ਦੇ ਬਿਆਨ ਦੇ ਨਾਲ ਤੁਸੀਂ ਦੇਖੋ ਕਿੰਨੇ ਅਸਰਾਤ ਹੁੰਦੇ ਨੇ ਕਿ ਲੋਕੀ ਉਸ ਦੇ ਉੱਤੇ ਅਸੀਂ ਤਾਲੀਮ ਦੇ ਵਿੱਚ ਹਰ ਚੀਜ਼ ਦੇ ਵਿੱਚ ਅਸੀਂ ਫਿਰ ਉਹਦੇ ਨਾਲ ਗੱਲਾਂ ਕੀ ਕਰਨੇ ਆ ਕਿ ਜੀ ਬੱਚੀਆਂ ਦੀ, ਲੜਕੀਆਂ ਦੀ ਤਾਲੀਮ ਅਲੱਗਾ ਹੋਣੀ ਚਾਹੀਦੀ ਹੈ, ਲੜਕਿਆਂ ਦੀ ਅਲੱਗਾ ਹੋਣੀ ਚਾਹੀਦੀ ਹੈ। ਜਿੰਨਾ ਅਸੀਂ ਅਲੱਗਾ ਕਰਨੇ ਆ ਓਨਾ ਹੀ ਇਹ ਰੇਪ ਕੇਸਿਸ ਦਾ ਸਿਲਸਿਲਾ ਦੂਸਰਾ ਤੀਸਰਾ ਜਿਹੜਾ ਨੇ ਫਰਸਟ੍ਰੇਸ਼ਨ ਵਧਾਉਂਦੇ ਹਾਂ ਅਸੀਂ ਸੁਸਾਇਟੀ ਦੇ ਵਿੱਚ, ਔਰ ਅਸੀਂ ਲੋਕਾਂ ਨੂੰ ਜਿਹੜਾ ਹੈ ਨਾ ਇਹਨਾਂ ਚੀਜ਼ਾਂ ਤੇ ਉਕਸਾਉਂਦੇ ਹਾਂ। ਜਿੰਨਾ ਸੁਸਾਇਟੀ ਜਿਹੜੀ ਹੈ ਉਹ ਮਿਕਸਅਪ ਹੋ ਕੇ ਚੱਲ ਰਹੀ ਹੁੰਦੀ ਹੈ ਔਰ ਆਪਣੇ ਹਕੂਕ ਲੈ ਕੇ ਚੱਲ ਰਹੀ ਹੁੰਦੀ ਹੈ, ਉਹ ਬਰਾਬਰੀ ਦੇ ਉੱਤੇ ਚੱਲ ਰਹੀ ਹੁੰਦੀ ਹੈ, ਉਨਾ ਹੀ ਇਹ ਚੀਜ਼ਾਂ ਦਾ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਤਹਫੁਜ਼ ਹੁੰਦਾ ਹੈ। ਜਿਵੇਂ ਅਸੀਂ ਅਸਲੇ ਦੀ ਗੱਲ ਕਰਨੇ ਆ ਕਿ ਵੀ ਐਟਮ ਬੰਬ ਬਣਾਇਆ ਹੈ, ਇੱਕ ਡਿਟਰੈਂਟ ਹੈਗਾ। ਅਸੀਂ ਇਹਨੂੰ ਜਦੋਂ ਡਿਟਰੈਂਟ ਕਹਿੰਦੇ ਆ ਇਹਦਾ ਮਤਲਬ ਹੈ ਕਿ ਸਾਡੇ ਕੋਲ ਤਾਕਤ ਹੈਗੀ ਹੈ ਤੇ ਉਹ ਡਿਟਰੈਂਟ ਹੈ ਤੇ ਕੋਈ ਦੂਸਰਾ ਬੰਦਾ ਹੱਥ ਨਹੀਂ ਪਾਏਗਾ। ਇਸੇ ਤਰ੍ਹਾਂ ਜਿਨਸੀ ਤੌਰ ਤੇ ਵੀ ਹੈ ਕਿ ਅਸੀਂ ਜਿਨਸੀ ਤੌਰ ਦੇ ਉੱਤੇ ਔਰਤਾਂ ਨੂੰ, ਬੱਚਿਆਂ ਨੂੰ ਉਹ ਤਾਲੀਮ ਨਹੀਂ ਦਿੱਤੀ, ਉਹਨਾਂ ਨੂੰ ਕੰਫੀਡੈਂਸ ਨਹੀਂ ਦਿੱਤਾ, ਉਹ ਤਹਫੁਜ਼ ਨਹੀਂ ਦਿੱਤਾ, ਜਿਹਦੇ ਨਾਲ ਕਿ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਡਿਟਰੈਂਟ ਵੀ ਹੋਣ ਔਰ ਉਹਨਾਂ ਦੇ ਕੋਲ ਕੋਈ ਆਉਣ ਤੋਂ ਪਹਿਲੇ ਸੋਚੇ, ਉਹਨਾਂ ਕੋਲ ਕੋਈ ਆਉਣ ਤੋਂ ਪਹਿਲੇ ਸੋਚੇ ਕਿ ਮੈਂ ਕਾਨੂੰਨ ਦੀ ਗ੍ਰਿਫਤ ਵੀ ਆ ਸਕਣਾ ਔਰ ਮੈਂ ਸੁਸਾਇਟੀ ਦੀ ਗ੍ਰਿਫਤ ਵੀ ਆ ਸਕਣਾ। ਅਗਰ ਉਹ ਇਹ ਚੀਜ਼ਾਂ ਕਰ ਰਿਹਾ ਹੋਏਗਾ ਤੇ ਯਕੀਨਨ ਉਹ ਜਿਹੜਾ ਨਾ ਸਾਰੀ ਸੂਰਤ ਹਾਲ ਜਿਹੜੀ ਉਹ ਫਰਕ ਹੋ ਜਾਏਗੀ। ਹੁਣ ਅਸੀਂ ਬੱਚਿਆਂ ਨੂੰ ਤਾਲੀਮ ਜਿਹੜੀ ਦਿੰਦੇ ਹਾਂ, ਅਸੀਂ ਬੱਚਿਆਂ ਨੂੰ ਕਦੀ ਆਪਣੇ ਘਰਾਂ ਦੇ, ਤੁਸੀਂ ਦੇਖਿਆ ਹੋਣਾ ਅਸੀਂ ਕਦੀ ਆਪਣੇ ਬੱਚਿਆਂ ਨੂੰ ਹਿਊਮਨ ਰਾਈਟਸ ਦੇ ਉੱਤੇ ਘਰ 'ਚ, ਬੱਚੇ ਕੀ ਵੱਡਿਆਂ ਨਹੀਂ, ਘਰ 'ਚ ਹਿਊਮਨ ਰਾਈਟਸ ਦੇ ਉੱਤੇ ਅਸੀਂ ਗੱਲ ਨਹੀਂ ਕਰਦੇ ਜ਼ਿਆਦਾ, ਬਲਕਿ ਅਸੀਂ ਉਹਦਾ ਮਜ਼ਾਕ ਉਡਾਉਂਦੇ ਹਾਂ ਜੇ ਕੋਈ ਤੁਸੀਂ ਹਿਊਮਨ ਰਾਈਟਸ ਦੀ ਗੱਲ ਕਰੋ। ਅਸੀਂ ਬੱਚਿਆਂ ਨੂੰ ਜਿਹੜੀ ਆਪਣੀ ਤਾਲੀਮ ਦੇ ਰਹੇ ਨੇ ਅਸੀਂ ਉਹਦੇ ਸੈਕਸ ਐਜੂਕੇਸ਼ਨ ਜਿਹੜਾ ਸਮਝਦੇ ਕਿ ਸ਼ਾਇਦ ਅਸੀਂ ਕੋਈ ਫਾਸ਼ੀ ਇਹਨਾਂ ਨੂੰ ਸਿਖਾਉਣ ਲੱਗੇ, ਹਾਲਾਂਕਿ ਅਸੀਂ ਉਹਨਾਂ ਨੂੰ ਤਾਲੀਮ ਨਾ ਦੇ ਕੇ ਕਿ ਬੱਚੇ ਦੇ ਕਿਸੇ ਬੱਚੇ ਨੂੰ ਕੋਈ ਛੂੰਹਦਾ ਹੈ, ਕੋਈ ਛੇੜਦਾ ਹੈ, ਉਹਦੇ ਵਾਸਤੇ ਬੱਚੇ ਨੂੰ ਫਰਕ ਪਤਾ ਲੱਗੇ ਕਿਹੜੀ ਜਗ੍ਹਾ ਦੇ ਉੱਤੇ ਬੱਚੇ ਦੇ ਨੂੰ ਇੱਕ ਮਹਿਫੂਜ਼ ਤਰੀਕੇ ਦੇ ਨਾਲ ਛੇੜਿਆ ਜਾ ਰਿਹਾ, ਕਿਹੜੀ ਜਗ੍ਹਾ ਤੇ ਬੱਚੇ ਨੂੰ ਟੱਚ ਕੀਤਾ ਜਾ ਰਿਹਾ ਤੇ ਉਹ ਕੋਈ ਜਿਹੜਾ ਨੀਅਤ ਦੀ ਖਰਾਬੀ ਦੇ ਨਾਲ ਕੀਤਾ ਜਾ ਰਿਹਾ। ਅਗਰ ਬੱਚੇ ਨੂੰ ਇਸ ਗੱਲ ਦੀ ਤਮੀਜ਼ ਹੋਏਗੀ ਤਾਂ ਬੱਚਾ ਫੌਰੀ ਤੌਰ ਤੇ ਰੋਕ ਸਕਦਾ, ਬੱਚਾ ਫੌਰੀ ਤੌਰ ਤੇ ਸ਼ਿਕਾਇਤ ਲਗਾ ਸਕਦਾ, ਰੌਲਾ ਪਾ ਸਕਦਾ। ਅਸੀਂ ਉਹਨੂੰ ਉਹਦਾ ਪ੍ਰੋਟੈਸਟ ਕਰਨ ਦਾ ਤਰੀਕਾਕਾਰ ਨਹੀਂ ਅਸੀਂ ਉਹਨੂੰ ਸਿਖਾਉਂਦੇ, ਅਸੀਂ ਡਿਸਕਸ਼ਨ ਹੀ ਨਹੀਂ ਕਰਦੇ ਇਹਨਾਂ ਚੀਜ਼ਾਂ ਦੇ ਉੱਤੇ। ਅਸੀਂ ਤੇ ਬਲਕਿ ਜਿਹੜਾ ਇੱਕ ਜੋ ਸਾਨੂੰ ਪੜ੍ਹਾਇਆ ਗਿਆ, ਜੋ ਤਰਬੀਅਤ ਦਿੱਤੀ ਗਈ ਹੈ, ਅਸੀਂ ਉਹਦੇ ਮੁਤਾਬਕ ਹੀ ਬੱਚਿਆਂ ਨੂੰ ਚਲਾ ਰਹੇ ਹੁੰਦੇ ਹਾਂ ਕਿ ਵੀ ਭਰਾ ਵਾਸਤੇ ਭੈਣ ਜਿਹੜੀ ਹੈ ਖਾਣਾ ਪਕਾ ਰਹੀ ਹੈ, ਭਰਾ ਦਾ ਇੰਤਜ਼ਾਰ ਕਰ ਰਹੀ ਹੈ, ਭੈਣ ਜਿਹੜੀ ਹੈ ਭਰਾ ਦੀ ਗੈਰਤ ਹੈ, ਕਾਕਾ ਘਰ ਦੀ ਗੈਰਤ ਹੈ। ਅਗਰ ਉਹਨੇ ਆਪਣੇ ਤੌਰ ਤੇ ਕਿਸੇ ਜਗ੍ਹਾ ਤੇ ਕੋਈ ਦੋਸਤੀ, ਕਿਸੇ ਜਗ੍ਹਾ ਤੇ ਕੋਈ ਫਰੈਂਡਸ਼ਿਪ ਲਾਈ ਹੈ, ਉਹਦਾ ਜੁਰਮ ਬਹੁਤ ਵੱਡਾ ਹੈ, ਉਹ ਨਾਕਾਬਲੇ ਮਾਫੀ ਹੈ, ਉਹਦੇ ਤਜ਼ਾਬ ਵੀ ਪਾਇਆ ਜਾ ਸਕਦਾ, ਉਹਨੂੰ ਮਾਰਿਆ ਵੀ ਜਾ ਸਕਦਾ, ਉਹਦੇ ਤੇ ਹਰ ਤਰ੍ਹਾਂ ਦੀ ਜ਼ਿਆਦਤੀ ਕੀਤੀ ਜਾ ਸਕਦੀ ਹੈ ਕਿਉਂਕਿ ਉਹਨੂੰ ਇਸ ਚੀਜ਼ ਦੀ ਆਜ਼ਾਦੀ, ਉਹਨੂੰ ਹੱਕ ਹੈ ਹੀ ਨਹੀਂ ਸੀ ਇਸ ਚੀਜ਼ ਦਾ। ਇਹ ਜਿਹੜੀਆਂ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਚੀਜ਼ਾਂ ਆਜ਼ਾਦੀ ਦੇਵਾਂਗੇ, ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਆਜ਼ਾਦੀ ਦੇ ਨਾਲ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਕਤਈ ਤੌਰ ਤੇ ਨਹੀਂ। ਤੁਸੀਂ ਇਤਮਾਦ ਦਿੰਦੇ ਹੋ,
ਤੁਸੀਂ ਇੱਕ ਉਹਨਾਂ ਨੂੰ ਕੌਨਫੀਡੈਂਸ ਦਿੰਦੇ ਹੋ ਕਿ ਉਹ ਸੁਸਾਇਟੀ ਦਾ ਉਸੇ ਤਰ੍ਹਾਂ ਹਿੱਸਾ ਨੇ ਔਰ ਉਹ ਆਪਣੇ ਹਕੂਕ ਔਰ ਆਪਣੀ ਚੀਜ਼ਾਂ ਦੇ ਉੱਤੇ ਉਸੇ ਤਰ੍ਹਾਂ ਗੱਲ ਕਰ ਸਕਦੀਆਂ ਨੇ। ਇਹ ਜਿਹੜਾ ਹਕੂਕ ਤੇ ਦੇਣਾ ਹੈ ਨਾ, ਅਸਲ ਗੱਲ ਤੇ ਹੈ ਹੀ ਇਹ ਵੇ ਕਿ ਤੁਸੀਂ ਉਹਨਾਂ ਨੂੰ ਹਿਊਮਨ ਰਾਈਟਸ ਦੇ ਬਾਰੇ ਦੱਸੋ, ਉਹਨਾਂ ਨੂੰ ਕਾਨੂੰਨੀ ਉਹਨਾਂ ਦੇ ਹਕੂਕ ਦੱਸੋ। ਹੁਣ ਦੇਖੋ ਯੂਰਪ ਦੇ ਵਿੱਚ ਅਗਰ ਐਜੂਕੇਸ਼ਨ ਦਿੱਤੀ ਜਾਂਦੀ ਹੈ ਤੇ ਨਾਲ ਲੜਕੀਆਂ ਨੂੰ ਹਰ ਚੀਜ਼ ਦੇ ਹਕੂਕ ਦਿੱਤੇ ਜਾਂਦੇ ਨੇ ਕਿ ਤੁਹਾਨੂੰ ਕੋਈ ਮਾਰੇਗਾ ਤੇ ਕਿ ਉਹਦਾ ਤੁਹਾਡੇ ਕੋਲ ਕੀ ਹੱਕ ਹੈਗਾ, ਔਰ ਤੁਹਾਨੂੰ ਕੋਈ ਅਗਰ ਜ਼ਿਆਦਤੀ ਕਰਨੇ ਦੀ ਕੋਸ਼ਿਸ਼ ਕਰੇ, ਤੁਹਾਡੇ ਨਾਲ ਕੋਈ ਹਰੈਸਮੈਂਟ ਕਰਨੇ ਦੀ ਕੋਸ਼ਿਸ਼ ਕਰੇ, ਤੁਹਾਨੂੰ ਕੋਈ ਜ਼ਬਰਦਸਤੀ ਤੁਹਾਡੇ ਆਜ਼ਾਦ ਨੂੰ ਛੇੜਨੇ ਦੀ ਕੋਸ਼ਿਸ਼ ਕਰੇ, ਤੁਹਾਡੇ ਜਿਸਮ ਨੂੰ ਛੇੜਨੇ ਦੀ ਕੋਸ਼ਿਸ਼ ਕਰੇ, ਤੁਸੀਂ ਉਹਦੇ ਤੇ ਰਿਐਕਟ ਕਿਵੇਂ ਕਰਨਾ ਹੈ, ਇਹ ਤੁਹਾਨੂੰ ਅਗਰ ਸਿਖਾਇਆ ਜਾਂਦਾ, ਉਹਦਾ ਨਤੀਜਾ ਹੁੰਦਾ ਕਿ ਇੱਥੇ ਲੜਕੀ ਨੂੰ ਕੋਈ ਯੂਰਪ ਦੇ ਵਿੱਚ ਇੰਨੀ ਕੁ ਆਜ਼ਾਦ ਔਰ ਕੌਨਫੀਡੈਂਟ ਹੈ ਕਿ ਉਹ ਫੌਰੀ ਤੌਰ ਤੇ ਅੱਗੇ ਤੁਹਾਡੇ ਖਲੋ ਸਕਦੀ ਹੈ, ਤੇ ਮਰਦ ਤੇ ਉਸ ਤਰੀਕੇ ਦੀ ਜ਼ਰੂਰਤ ਨਹੀਂ ਕਰਦੇ। ਸਾਡੇ ਉੱਥੇ ਤੇ ਤੁਸੀਂ ਦੇਖੋ ਜਿਵੇਂ ਮੋਟਰਸਾਈਕਲਾਂ ਦੇ ਉੱਤੇ ਮੁੰਡੇ ਫਿਰਦੇ ਰਹਿੰਦੇ ਨੇ, ਕੋਈ ਕੁੜੀ ਜਿਹੜੀ ਹੈ ਅਗਰ ਉਹ ਗੱਡੀ ਚਲਾ ਰਹੀ ਹੈ ਜਾਂ ਮੋਟਰਸਾਈਕਲ ਤੇ ਜਾ ਰਹੀ ਹੈ ਜਾਂ ਪੈਦਲ ਜਾ ਰਹੀ ਹੈ, ਉਹ ਮਹਿਫੂਜ਼ ਨਹੀਂ ਹੈ, ਉਹ ਤੇ ਫਿਕਰੇਬਾਜ਼ੀ ਕਰਨਾ, ਉਹ ਤੇ ਸਾਰਾ ਸਿਲਸਿਲਾ ਕਰਨਾ। ਇਹਦੇ ਤੇ ਅਗਰ ਹਕੂਮਤਾਂ ਔਰ ਵਜ਼ੀਰ ਆਜ਼ਮ ਅਗਰ ਇਸ ਕਿਸਮ ਦਾ ਤਸੱਵਰ ਦੇਣ ਕਿ ਇਹ ਸਾਰਾ ਅਸਲ ਤੇ ਕਸੂਰ ਔਰਤ ਦਾ ਹੀ ਹੈ, ਤੇ ਇਹ ਫਿਰ ਬੜੀ ਦੁੱਖ ਦੀ ਗੱਲ ਹੈ। ਇਸ ਦੇ ਖਿਲਾਫ ਜਦੋਜਹਿਦ ਕਰਨੇ ਦੀ ਜ਼ਰੂਰਤ ਹੈ, ਇਹ ਤੇ ਆਵਾਜ਼ ਚੁੱਕਣ ਦੀ ਜ਼ਰੂਰਤ ਹੈ, ਕਿਉਂਕਿ ਇਹਦੇ ਤੇ ਅਗਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਿੱਦਰਸ਼ਾਹੀ ਅਸੀਂ ਜਿਹੜਾ ਇੱਕ ਮੁਆਸ਼ਰਾ ਇੱਕ ਬਣਾਇਆ ਹੈ, ਅਸੀਂ ਜਿਹੜਾ ਇੱਕ ਬਣਾਇਆ ਹੈ ਕਿ ਵੀ ਮਰਦ ਮੁੰਡਾ ਵਿਰਾਸਤ ਤੇ ਹਾਂਜੀ ਉਹਦਾ ਹਿੱਸੇਦਾਰ ਹੋਏ, ਉਹਨੂੰ ਚਲਾਉਣਾ ਉਹਨੇ ਵੇ, ਅਗਰ ਅਸੀਂ ਉਹ ਕੌਨਫੀਡੈਂਸ ਔਰਤਾਂ ਨੂੰ ਨਹੀਂ ਦੇ ਦਿਆਂਗੇ ਤੇ ਇਹ ਫਿਰ ਸਾਰੇ ਸਿਲਸਿਲੇ ਜਿਹੜੇ ਨਾ ਇਹ ਰਹਿਣਗੇ ਜੀ। ਇਹਨਾਂ ਨੂੰ ਜਿਹੜਾ ਦੂਰ ਕਰਨ ਵਾਸਤੇ ਜ਼ਰੂਰੀ ਹੈ ਕਿ ਇੱਥੇ ਡਿਬੇਟ ਜ਼ਿਆਦਾ ਤੋਂ ਜ਼ਿਆਦਾ ਕੀਤੀ ਜਾਏ, ਉਹਨਾਂ ਨੂੰ ਪੂਰੇ ਹਕੂਕ ਦਿੱਤੇ ਜਾਣ। ਅਸੀਂ ਐਸਾ ਮੁਆਸ਼ਰਾ ਜਿਹਦੇ ਵਿੱਚ ਇੱਕ ਜਿਨਸ ਨੂੰ ਬਹੁਤ ਜ਼ਿਆਦਾ ਅਫਜ਼ਲ ਤੇ ਆਲਾ ਸਮਝ ਕੇ ਅਸੀਂ ਉਹਨੂੰ ਹਰ ਤਰ੍ਹਾਂ ਦੇ ਅਲਾਉਂਸ ਦਈਏ, ਰਾਇਤ ਦਈਏ, ਔਰ ਇੱਕ ਜਿਨਸ ਜਿਹੜੀ ਹੈ ਉਹਨੂੰ ਅਸੀਂ ਕਮਜ਼ੋਰ ਸਮਝ ਕੇ ਆਪਣੇ ਹਵਸ ਦਾ ਵੀ ਨਿਸ਼ਾਨਾ ਬਣਾਈਏ, ਔਰ ਹਰ ਚੀਜ਼ ਦੇ ਉੱਤੇ ਅਸੀਂ ਸਮਝੀਏ ਕਿ ਔਰਤ ਜਿਹੜੀ ਹੈ ਬਸ ਉਹ ਇੱਕ ਲਸਟ ਔਰ ਉਸ ਤੋਂ ਇਲਾਵਾ ਉਹਦਾ ਕੋਈ ਰੋਲ ਨਹੀਂ ਹੈ। ਇਹ ਇੱਕ ਇੰਤਹਾਈ ਜਾਨਵਰਾਂ ਦੀ ਸੁਸਾਇਟੀ ਦਾ ਇੱਕ ਤਸੱਵਰ ਹੈ। ਇਹਦੇ ਤੇ ਜਿਹੜਾ ਸੀ ਨਾ ਉਹ ਵਜ਼ੀਰ ਆਜ਼ਮ ਦੀ ਮੈਂ ਸਮਝਦਾ ਇਸ ਬਿਆਨ ਦੀ ਵੀ ਮਜ਼ੰਮਤ ਕਰਨੀ ਚਾਹੀਦੀ ਹੈ, ਔਰ ਅਸੀਂ ਇਹਦੀ ਮਜ਼ੰਮਤ ਕਰਨੇ ਹਾਂ, ਔਰ ਇਹਦੇ ਨਾਲ ਨਾਲ ਜਿਹੜਾ ਹੈ ਸਾਨੂੰ ਇਸ ਇਸ਼ੂ ਦੇ ਉੱਤੇ ਡਿਬੇਟ ਛੇੜਨੀ ਚਾਹੀਦੀ ਹੈ। ਇਹ ਸਿਰਫ ਕਿਸੇ ਇੱਕ ਇਵੈਂਟ ਤੇ ਕਿਸੇ ਇੱਕ ਸਾਲ ਦੇ ਇੱਕ ਅੱਧੇ ਦਿਨ ਦੇ ਉੱਤੇ ਨਹੀਂ ਚੱਲਣਾ ਚਾਹੀਦਾ, ਇਸ ਇਸ਼ੂ ਨੂੰ ਟੇਕ ਅਪ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ, ਮੇਨ ਮੀਡੀਆ ਤੇ, ਆਪਣੇ ਰਾਈਟਿੰਗਸ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਇਹਨੂੰ ਲੈ ਕੇ ਆਉਣਾ ਚਾਹੀਦਾ ਹੈ, ਤਾਂ ਕਿ ਇਹਦੇ ਤੇ ਜਿਹੜੀ ਹੈ ਉਹ ਛੋਟੇ ਲੈਵਲ ਤੋਂ ਲੈ ਕੇ ਉਤਲੇ ਲੈਵਲ ਤੱਕ ਡਿਬੇਟ ਹੋਵੇ ਔਰ ਇਸ ਮਸਲੇ ਦੇ ਉੱਤੇ ਕਾਬੂ ਪਾਇਆ ਜਾ ਸਕੇ। ਮੈਂ ਸਮਝਦਾ ਇਹ ਇੱਕ ਜ਼ਰੂਰੀ ਮੇਰਾ ਇੱਕ ਮੈਸੇਜ ਔਰ ਪੈਗਾਮ ਸੀ ਔਰ ਰੱਦੇ ਅਮਲ ਸੀ ਜਿਹੜਾ ਵਜ਼ੀਰ ਆਜ਼ਮ ਦੇ ਉਸ ਬਿਆਨ ਦੇ ਉੱਤੇ ਆਇਆ, ਔਰ ਮੈਂ ਸਮਝਦਾ ਇਹਦੇ ਤੇ ਹੋਰ ਲੋਕ ਵੀ ਇਹਦੀ ਸਪੋਰਟ ਵਿੱਚ ਇਸ ਬਿਆਨ ਦੀ ਮਜ਼ੰਮਤ ਦੇ ਵਿੱਚ ਔਰ ਇਸ ਕੌਜ਼ ਦੀ ਸਪੋਰਟ ਵਿੱਚ ਵਿਮਨ ਰਾਈਟਸ ਦੇ ਹਵਾਲੇ ਨਾਲ, ਉਹਨਾਂ ਦੀ ਆਜ਼ਾਦੀ ਔਰ ਉਹਨਾਂ ਦੇ ਹਕੂਕ ਔਰ ਤਹਫੁਜ਼ ਦੇ ਹਵਾਲੇ ਨਾਲ ਮਜ਼ੀਦ ਪ੍ਰੋਗਰਾਮ ਕਰਨ, ਲਿਖਣ, ਬੋਲਣ, ਜਗ੍ਹਾ ਜਗ੍ਹਾ ਤੇ ਸੈਮੀਨਾਰ ਹੋਣ, ਤੇ ਤੁਸੀਂ ਇਹਦੇ ਤੇ ਜਿਹੜਾ ਨਾ ਵੱਧ ਚੜ੍ਹ ਕੇ ਹਿੱਸਾ ਲਓ। ਤੇ ਮੈਨੂੰ ਹੁਣ ਇਜਾਜ਼ਤ ਦਿਓ। ਥੈਂਕ ਯੂ ਵੈਰੀ ਮਚ। ਆਪਣਾ ਖਿਆਲ ਰੱਖਣਾ। ਬਾਏ ਬਾਏ।